ਸਤਿ ਸ਼੍ਰੀ ਅਕਾਲ ਦੋਸਤੋ, ਚੈਨਲ ਟੂਡੇ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ ਜੀ। ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਖਾਸ ਤੇ ਵੱਡੀਆਂ ਖਬਰਾਂ ਦਾ ਖਾਸ ਬੁਲੇਟਿਨ ਲੈ ਕੇ ਹਾਜ਼ਰ ਹੋ ਗਏ ਹਾਂ ਜੀ। ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਚੋਣਵੀਆਂ ਖਬਰਾਂ ਤੇ। ਅੰਮ੍ਰਿਤਸਰ ਮੈਡੀਕਲ ਕਾਲਜ 'ਚ ਕਰੋਨਾ ਵਾਇਰਸ ਦੀ ਐਂਟਰੀ, ਰਾਜਸਥਾਨ ਤੋਂ ਪਿਕਨਿਕ ਮਨਾ ਕੇ ਵਾਪਸ ਆਏ MBBS ਦੇ 20 ਸਟੂਡੈਂਟ ਪੋਜ਼ਿਟਿਵ। ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦੇ 8 ਸਟਾਫ ਸਮੇਤ 35 ਕਰੋਨਾ ਪੋਜ਼ਿਟਿਵ। ਰਾਜਧਾਨੀ ਦਿੱਲੀ 'ਚ ਮਿਲਿਆ ਕੋਵਿਡ-19 ਦੇ ਸਾਊਥ ਅਫਰੀਕਾ ਵੇਰੀਐਂਟ ਦਾ ਪਹਿਲਾ ਮਾਮਲਾ। ਭਾਜਪਾ MP ਰਾਮ ਸਵਰੂਪ ਸ਼ਰਮਾ ਦੀ ਸ਼ੱਕੀ ਹਾਲਾਤ 'ਚ ਮੌਤ, ਘਰ 'ਚ ਫਾਹੇ ਨਾਲ ਲਟਕਦੀ ਮਿਲੀ ਲਾਸ਼। ਗਰਭਪਾਤ ਦੀ ਮਿਆਦ ਵਧਾਉਣ ਦਾ ਬਿੱਲ ਰਾਜ ਸਭਾ ਵਿੱਚ ਪਾਸ, ਜਾਣੋ ਕਿੰਨੇ ਹਫ਼ਤਿਆਂ ਬਾਅਦ ਕਰਵਾਇਆ ਜਾ ਸਕੇਗਾ ਅਬੋਰਸ਼ਨ। ਸਾਬਕਾ ਕੇਂਦਰੀ ਮੰਤਰੀ ਤੇ BJP ਆਗੂ ਦਲੀਪ ਗਾਂਧੀ ਦਾ ਕਰੋਨਾ ਨਾਲ ਦਿਹਾਂਤ। ਅਟਲਾਂਟਾ 'ਚ 3 ਮਸਾਜ ਪਾਰਲਰਾਂ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ, 4 ਔਰਤਾਂ ਸਣੇ 8 ਦੀ ਮੌਤ, ਮੁਲਜ਼ਮ ਗ੍ਰਿਫਤਾਰ। ਕੋਮਾ 'ਚ ਗਈ ਭੈਣ ਦੀ ਕੀਤੀ 6 ਸਾਲ ਤੱਕ ਸੇਵਾ, ਮੌਤ ਹੋਣ ਤੇ ਦੁਖੀ ਭਰਾ ਨੇ ਉਠਾਇਆ ਖੌਫਨਾਕ ਕਦਮ। ਦੋਸਤੋ ਹੁਣ ਖਬਰਾਂ ਨੂੰ ਵਿਸਥਾਰ ਨਾਲ ਦੇਖਦੇ ਹਾਂ ਜੀ। ਤੁਹਾਨੂੰ ਛੋਟੀ ਜਿਹੀ ਬੇਨਤੀ ਕਰਦੇ ਹਾਂ ਜੀ, ਵੀਡੀਓ ਦੇ ਅੰਤ ਤੱਕ ਸਾਡੇ ਨਾਲ ਬਣੇ ਰਹਿਣਾ ਤਾਂ ਜੋ ਕੋਈ ਵੀ ਖਬਰ ਤੁਹਾਡੇ ਤੋਂ ਮਿਸ ਨਾ ਹੋਵੇ। ਅੰਮ੍ਰਿਤਸਰ ਦੇ ਮੈਡੀਕਲ ਕਾਲਜ 'ਚ ਕਰੋਨਾ ਵਾਇਰਸ ਦੀ ਐਂਟਰੀ। ਪੰਜਾਬ ਵਿੱਚ ਕਰੋਨਾ ਦੀ ਤੀਜੀ ਲਹਿਰ ਹੋਰ ਵੀ ਜ਼ਿਆਦਾ ਘਾਤਕ ਹੁੰਦੀ ਜਾ ਰਹੀ ਹੈ। ਬੁੱਧਵਾਰ ਨੂੰ ਇਸ 'ਚ ਗਵਰਨਮੈਂਟ ਮੈਡੀਕਲ ਕਾਲਜ ਅੰਮ੍ਰਿਤਸਰ 'ਚ ਐਂਟਰੀ ਕਰ ਲਈ ਹੈ। MBBS ਕਰ ਰਹੇ 20 ਵਿਦਿਆਰਥੀ ਕਰੋਨਾ ਪੋਜ਼ਿਟਿਵ ਪਾਏ ਗਏ ਹਨ। ਇਸ ਤੋਂ ਬਾਅਦ ਮੈਡੀਕਲ ਕਾਲਜ ਪ੍ਰਬੰਧਨ 'ਚ ਹਲਚਲ ਮੱਚੀ ਹੋਈ ਹੈ। MBBS ਦੂਜੇ ਸਾਲ ਦੀਆਂ ਕਲਾਸਾਂ ਸਸਪੈਂਡ ਕਰ ਦਿੱਤੀਆਂ ਗਈਆਂ ਹਨ। ਪਤਾ ਚੱਲਿਆ ਹੈ ਕਿ ਇਹ ਵਿਦਿਆਰਥੀ ਰਾਜਸਥਾਨ ਘੁੰਮਣ ਲਈ ਗਏ ਹੋਏ ਸਨ। ਕੁਝ ਦਿਨ ਪਹਿਲਾਂ ਉੱਥੋਂ ਪਿਕਨਿਕ ਮਨਾ ਕੇ ਵਾਪਸ ਆਏ। ਕਾਲਜ ਪ੍ਰਸ਼ਾਸਨ ਨੇ ਉਹਨਾਂ ਨੂੰ ਪਿਕਨਿਕ ਜਾਣ ਤੋਂ ਮਨਾ ਵੀ ਕੀਤਾ ਸੀ, ਪਰ ਉਹ ਨਹੀਂ ਮੰਨੇ। ਕਾਲਜ ਪ੍ਰਸ਼ਾਸਨ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਹਨਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦੇ 8 ਸਟਾਫ ਸਮੇਤ 35 ਕਰੋਨਾ ਪੋਜ਼ਿਟਿਵ। ਬਠਿੰਡਾ ਦੇ ਸਰਕਾਰੀ ਰਜਿੰਦਰਾ ਕਾਲਜ ਦੇ 8 ਪ੍ਰੋਫੈਸਰਾਂ ਸਮੇਤ 35 ਪੋਜ਼ਿਟਿਵ ਕੇਸ ਆਉਣ ਨਾਲ ਸਿਹਤ ਵਿਭਾਗ ਤੇ ਪ੍ਰਸ਼ਾਸਨ ਦੀ ਸਿਰਦਰਦੀ ਹੋਰ ਵੱਧ ਗਈ ਹੈ। ਲਗਾਤਾਰ ਪੋਜ਼ਿਟਿਵ ਕੇਸਾਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਬਠਿੰਡਾ ਜ਼ਿਲ੍ਹੇ ਦੇ ਲੋਕਾਂ 'ਚ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਵਿੱਦਿਅਕ ਅਦਾਰਿਆਂ 'ਚ ਪਿਛਲੇ ਕਈ ਦਿਨਾਂ ਤੋਂ ਕੇਸ ਲਗਾਤਾਰ ਆ ਰਹੇ ਹਨ। ਅੱਜ ਰਜਿੰਦਰਾ ਕਾਲਜ 'ਚ ਆਏ 8 ਕੇਸਾਂ ਦੇ ਪਹਿਲਾਂ ਮੰਗਲਵਾਰ ਨੂੰ ਵੀ 5 ਅਧਿਆਪਕ ਕਰੋਨਾ ਪੋਜ਼ਿਟਿਵ ਪਾਏ ਗਏ ਸਨ। ਹਾਲਾਂਕਿ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਲਗਾਤਾਰ ਲੋਕਾਂ ਨੂੰ ਮਾਸਕ ਤੇ 2 ਗਜ਼ ਦੀ ਦੂਰੀ ਬਣਾਏ ਰੱਖਣ ਦੇ ਨਿਯਮਾਂ ਦੀ ਪਾਲਣਾ ਕੀਤੇ ਜਾਣ ਦੀ ਵਾਰ-ਵਾਰ ਲੋਕਾਂ ਨੂੰ ਗੱਲ ਕਹੀ ਜਾ ਰਹੀ ਹੈ, ਪਰ ਫਿਰ ਲੋਕ ਬਾਜ਼ਾਰਾਂ 'ਚ ਲਗਾਤਾਰ ਬਿਨਾਂ ਮਾਸਕ ਪਾਏ ਘੁੰਮ ਰਹੇ ਹਨ। ਉੱਥੇ ਹੀ ਸਿਹਤ ਵਿਭਾਗ ਦੇ ਕਰਮਚਾਰੀ ਵੀ ਖੁਦ ਮਾਸਕ ਲਗਾਉਣ ਦੇ 2 ਗਜ਼ ਦੀ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨੀ ਭੁੱਲ ਜਾਂਦੇ ਹਨ। ਰਾਜਧਾਨੀ ਦਿੱਲੀ 'ਚ ਮਿਲਿਆ ਕੋਵਿਡ-19 ਦੇ ਸਾਊਥ ਅਫਰੀਕਾ ਵੇਰੀਐਂਟ ਦਾ ਪਹਿਲਾ ਮਾਮਲਾ। ਭਾਰਤ 'ਚ ਇੱਕ ਵਾਰ ਫਿਰ ਤੋਂ ਕਰੋਨਾ ਦੇ ਮਰੀਜ਼ਾਂ ਦੀ ਗਿਣਤੀ 'ਚ ਇਜ਼ਾਫਾ ਹੋਇਆ ਹੈ, ਤਾਂ ਉੱਥੇ ਹੀ ਰਾਜਧਾਨੀ ਦਿੱਲੀ ਵਿੱਚ ਕਰੋਨਾ ਮਹਾਮਾਰੀ ਦੇ ਸਾਊਥ ਅਫਰੀਕਾ ਵੇਰੀਐਂਟ ਦਾ ਪਹਿਲਾ ਮਰੀਜ਼ ਮਿਲਿਆ ਹੈ, ਜਿਸ ਨੇ ਪ੍ਰਸ਼ਾਸਨ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਰਿਪੋਰਟ ਮੁਤਾਬਕ ਸਾਊਥ ਅਫਰੀਕਾ ਵੇਰੀਐਂਟ 33 ਸਾਲਾ ਕੇਰਲ ਵਾਸੀ ਮਿਲਿਆ ਹੈ, ਜਿਸ ਨੂੰ ਰਾਜਧਾਨੀ ਦੇ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਦੀ ਸਪੈਸ਼ਲ ਵਾਰਡ ਵਿੱਚ ਰੱਖਿਆ ਗਿਆ। ਦੱਸਣਯੋਗ ਹੈ ਕਿ ਮਰੀਜ਼ ਦੀ ਦਿੱਲੀ ਏਅਰਪੋਰਟ 'ਤੇ ਕੀਤੀ ਗਈ RT-PCR ਜਾਂਚ ਪੋਜ਼ਿਟਿਵ ਆਉਣ ਤੋਂ ਬਾਅਦ ਦਿੱਲੀ ਦੇ LNJP ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਹ ਕੱਲ੍ਹ ਤੋਂ ਹੀ ਸਾਊਥ ਅਫਰੀਕਾ ਤੋਂ ਭਾਰਤ ਵਾਪਸ ਆਇਆ ਸੀ। ਨੌਜਵਾਨਾਂ ਨੂੰ ਬਣਾਉਂਦਾ ਹੈ ਨਵਾਂ ਵਾਇਰਸ ਨਿਸ਼ਾਨਾ। ਦੋਸਤੋ ਤੁਹਾਨੂੰ ਦੱਸ ਦਈਏ ਕਿ SARS-CoV-2 ਵਾਇਰਸ ਦਾ ਪਹਿਲਾ ਕੇਸ ਦੱਖਣੀ ਅਫਰੀਕਾ 'ਚ ਦਸੰਬਰ 'ਚ ਮਿਲਿਆ ਸੀ। ਇਸ ਨੂੰ B1351 ਵੀ ਕਹਿੰਦੇ ਹਨ। ਇਸ ਦੇ ਲੱਛਣ ਕਰੋਨਾ ਵਾਇਰਸ ਜਿਹੇ ਹੀ ਹਨ, ਪਰ ਇਹ ਕਾਫੀ ਖਤਰਨਾਕ ਹੈ। ਇਸ ਬਾਰੇ ਕੋਈ ਸਪਸ਼ਟ ਨਤੀਜੇ ਨਹੀਂ ਮਿਲੇ ਹਨ, ਪਰ ਇਹ ਵਾਇਰਸ ਨੌਜਵਾਨਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਭਾਜਪਾ MP ਰਾਮ ਸਵਰੂਪ ਸ਼ਰਮਾ ਦੀ ਸ਼ੱਕੀ ਹਾਲਾਤ 'ਚ ਮੌਤ। ਭਾਜਪਾ ਸੰਸਦ ਮੈਂਬਰ ਰਾਮ ਸਵਰੂਪ ਸ਼ਰਮਾ ਦੇ ਦੇਹਾਂਤ ਤੋਂ ਬਾਅਦ ਅੱਜ ਹੋਣ ਵਾਲੀ ਪਾਰਟੀ ਦੀ ਸੰਸਦੀ ਕਮੇਟੀ ਦੀ ਬੈਠਕ ਰੱਦ ਕਰ ਦਿੱਤੀ ਗਈ। ਨਿਊਜ਼ ਏਜੰਸੀ ANI ਨੇ ਦਿੱਲੀ ਪੁਲਿਸ ਦੇ ਹਵਾਲੇ ਤੋਂ ਜਾਣਕਾਰੀ ਦਿੱਤੀ ਕਿ ਰਾਮ ਸਵਰੂਪ ਸ਼ਰਮਾ ਦੀ ਮੌਤ ਕਥਿਤ ਤੌਰ 'ਤੇ ਆਤਮ ਹੱਤਿਆ ਕਾਰਨ ਹੋਈ ਹੈ। ਪੁਲਿਸ ਨੂੰ ਭਾਜਪਾ ਸੰਸਦ ਮੈਂਬਰ ਦੇ ਇੱਕ ਮੁਲਾਜ਼ਮ ਨੇ ਫੋਨ ਕੀਤਾ। ਪੁਲਿਸ ਗੌਤਮੀ ਅਪਾਰਟਮੈਂਟਸ ਵਿੱਚ ਪਹੁੰਚੀ ਤਾਂ ਲਾਸ਼ ਫਾਹੇ ਨਾਲ ਝੂਲਦੀ ਮਿਲੀ ਤੇ ਦਰਵਾਜ਼ਾ ਅੰਦਰੋਂ ਬੰਦ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਕਾਰਵਾਈ ਆਰੰਭ ਕਰ ਦਿੱਤੀ ਹੈ।
ਕੋਮਾ 'ਚ ਗਈ ਭੈਣ ਦੀ ਕੀਤੀ 6 ਸਾਲ ਤੱਕ ਸੇਵਾ। ਮੌਤ ਹੋਣ ਤੇ ਦੁਖੀ ਭਰਾ ਨੇ ਉਠਾਇਆ ਖੌਫਨਾਕ ਕਦਮ। ਭੈਣ ਭਰਾ ਦੇ ਰਿਸ਼ਤੇ ਕਿੰਨੇ ਮਜ਼ਬੂਤ ਤੇ ਪਵਿੱਤਰ ਹੁੰਦੇ ਹਨ, ਉਸ ਦੀਆਂ ਕਈ ਉਦਾਹਰਨਾਂ ਸਾਨੂੰ ਦੇਖਣ ਨੂੰ ਮਿਲਦੀਆਂ ਹਨ। ਹੁਸ਼ਿਆਰਪੁਰ ਵਿੱਚ ਵੀ ਇੱਕ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਹਰ ਕਿਸੇ ਦੀਆਂ ਅੱਖਾਂ ਨਮ ਕਰ ਦਿੱਤੀਆਂ ਹਨ। ਰੱਖੜੀ ਵਾਲੇ ਦਿਨ ਭਰਾ ਆਪਣੀ ਭੈਣ ਦੀ ਸਵੈ ਰੱਖਿਆ ਦਾ ਵਚਨ ਦਿੰਦਾ ਹੈ। ਹੁਸ਼ਿਆਰਪੁਰ ਦਾ ਮੁਹੱਲਾ ਬਹਾਦਰਪੁਰ 'ਚ ਰਹਿਣ ਵਾਲੇ ਹਨੀਸ਼ ਕੁਮਾਰ ਨੇ ਇਸ ਨੂੰ ਨਿਭਾਉਣ ਲਈ 6 ਸਾਲ ਮੁਸ਼ਕਲਾਂ ਝੱਲੀਆਂ, ਪਰ ਉਹ ਭੈਣ ਨੂੰ ਨਾ ਬਚਾ ਸਕਿਆ। ਇਸ ਤੋਂ ਦੁਖੀ ਹੋ ਕੇ ਉਸਨੇ ਖੁਦ ਵੀ ਆਤਮ ਹੱਤਿਆ ਕਰ ਲਈ। ਮਾਮਲਾ ਹੁਸ਼ਿਆਰਪੁਰ ਦੇ ਬਹਾਦਰਪੁਰ ਦਾ ਹੈ। ਇੱਥੇ ਰਹਿਣ ਵਾਲੇ 30 ਸਾਲ ਹਨੀਸ਼ ਕੁਮਾਰ ਨੇ ਕੋਮਾ 'ਚ ਗਈ ਆਪਣੀ ਭੈਣ ਦੀ 6 ਸਾਲ ਤੱਕ ਸੇਵਾ ਕੀਤੀ, ਪਰ ਡਾਕਟਰ ਉਸ ਦੀ ਭੈਣ ਨੂੰ ਬਚਾ ਨਾ ਸਕੇ। ਇਹ ਸਦਮਾ ਹਨੀਸ਼ ਬਰਦਾਸ਼ਤ ਨਾ ਕਰ ਸਕਿਆ ਤੇ ਉਸਨੇ ਖੁਦ ਵੀ ਆਤਮ ਹੱਤਿਆ ਕਰ ਲਈ। ਥਾਣਾ ਸਿਟੀ ਦੇ ASI ਦਰਸ਼ਨ ਸਿੰਘ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਹੈ। ਗਰਭਪਾਤ ਦੀ ਮਿਆਦ ਵਧਾਉਣ ਦਾ ਬਿੱਲ ਰਾਜ ਸਭਾ ਵਿੱਚ ਹੋਇਆ ਪਾਸ। ਜਾਣੋ ਕਿੰਨੇ ਹਫ਼ਤਿਆਂ ਬਾਅਦ ਕਰਵਾਇਆ ਜਾ ਸਕੇਗਾ ਅਬੋਰਸ਼ਨ। ਰਾਜ ਸਭਾ 'ਚ ਮੰਗਲਵਾਰ ਨੂੰ ਮੈਡੀਕਲ ਟਰਮੀਨੇਸ਼ਨ ਆਫ ਪ੍ਰੈਗਨੈਂਸੀ ਅਮੈਂਡਮੈਂਟ ਬਿੱਲ 2020 ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਲੋਕ ਸਭਾ ਪਹਿਲਾਂ ਹੀ ਇਸ ਨੂੰ ਪਾਸ ਕਰ ਚੁੱਕੀ ਹੈ। ਇਸ ਬਿੱਲ ਤਹਿਤ ਗਰਭਪਾਤ ਦੀ ਵੱਧ ਤੋਂ ਵੱਧ ਮਨਜ਼ੂਰੀ ਮਿਆਦ ਮੌਜੂਦਾ 20 ਹਫ਼ਤੇ ਤੋਂ ਵਧਾ ਕੇ 24 ਹਫ਼ਤੇ ਕੀਤੀ ਗਈ ਹੈ। ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਹਰਸ਼ਵਰਧਨ ਨੇ ਸਦਨ 'ਚ ਬਿੱਲ ਤੇ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਇਸ ਨੂੰ ਵਿਆਪਕ ਵਿਚਾਰ ਵਟਾਂਦਰਾ ਕਰਕੇ ਤਿਆਰ ਕੀਤਾ ਗਿਆ ਹੈ। ਇਹ ਬਿੱਲ ਲੰਬੇ ਸਮੇਂ ਤੋਂ ਇੰਤਜ਼ਾਰ ਸੂਚੀ ਵਿੱਚ ਸੀ ਤੇ ਲੋਕ ਸਭਾ ਵਿੱਚ ਪਿਛਲੇ ਸਾਲ ਪਾਸ ਹੋ ਚੁੱਕਾ ਸੀ। ਉੱਥੇ ਹੀ ਇਹ ਬਿੱਲ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਬਿੱਲ ਨੂੰ ਤਿਆਰ ਕਰਨ ਤੋਂ ਪਹਿਲਾਂ ਦੁਨੀਆ ਭਰ ਦੇ ਕਾਨੂੰਨਾਂ ਦਾ ਅਧਿਐਨ ਵੀ ਕੀਤਾ ਗਿਆ। ਮੰਤਰੀ ਦੇ ਜਵਾਬ ਤੋਂ ਬਾਅਦ ਸਦਨ ਦੇ ਬਿੱਲ ਨੂੰ ਜ਼ੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਸਦਨ ਨੇ ਬਿੱਲ ਨੂੰ ਸਿਲੈਕਟ ਕਮੇਟੀ 'ਚ ਭੇਜਣ ਸਮੇਤ ਹੋਰ ਵਿਰੋਧੀ ਸੋਧਾਂ ਨੂੰ ਨਾਮਨਜ਼ੂਰ ਕਰ ਦਿੱਤਾ। ਉੱਥੇ ਹੀ ਸਰਕਾਰ ਵੱਲੋਂ ਲਿਆਂਦੀਆਂ ਗਈਆਂ ਸੋਧਾਂ ਨੂੰ ਸਵੀਕਾਰ ਕਰ ਲਿਆ ਗਿਆ। ਦਰਅਸਲ ਗਰਭਪਾਤ ਨਾਲ ਜੁੜੇ ਮੌਜੂਦਾ ਕਾਨੂੰਨ ਦੀ ਵਜ੍ਹਾ ਨਾਲ ਜਬਰ ਜਨਾਹ ਪੀੜਤਾ ਜਾਂ ਕਿਸੇ ਹੋਰ ਗੰਭੀਰ ਬਿਮਾਰੀ ਨਾਲ ਪੀੜਤ ਗਰਭਵਤੀ ਔਰਤ ਨੂੰ ਕਾਫੀ ਦਿੱਕਤਾਂ ਹੁੰਦੀਆਂ ਸਨ। ਡਾਕਟਰਾਂ ਦੇ ਹਿਸਾਬ ਨਾਲ ਜੇਕਰ ਬੱਚਾ ਜਨਮ ਦੇਣ ਨਾਲ ਔਰਤ ਦੀ ਜਾਨ ਨੂੰ ਖਤਰਾ ਵੀ ਹੋਵੇਗਾ, ਉਦੋਂ ਵੀ ਉਸ ਦਾ ਗਰਭਪਾਤ ਨਹੀਂ ਹੋ ਸਕਦਾ ਸੀ। ਪੁਰਾਣੇ ਕਾਨੂੰਨ ਦੇ ਮੁਤਾਬਕ ਗਰਭਪਾਤ ਉਦੋਂ ਹੀ ਹੋ ਸਕਦਾ ਸੀ ਜਦ ਤੱਕ ਬੱਚਾ 20 ਹਫ਼ਤਿਆਂ ਤੋਂ ਘੱਟ ਹੋਵੇ। ਸਾਬਕਾ ਕੇਂਦਰੀ ਮੰਤਰੀ ਤੇ BJP ਆਗੂ ਦਲੀਪ ਗਾਂਧੀ ਦਾ ਕਰੋਨਾ ਨਾਲ ਦੇਹਾਂਤ। ਸਾਬਕਾ ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਦਲੀਪ ਗਾਂਧੀ ਦਾ ਦੇਹਾਂਤ ਹੋ ਗਿਆ। ਉਹ ਕਰੋਨਾ ਵਾਇਰਸ ਇਨਫੈਕਟਡ ਸਨ। ਉਹਨਾਂ ਦਾ ਇਲਾਜ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਚੱਲ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਆਗੂ ਦਲੀਪ ਗਾਂਧੀ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ ਤੇ ਉਹਨਾਂ ਦੇ ਪਰਿਵਾਰ ਤੇ ਸਮਰਥਕਾਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਵਿੱਚ ਲਿਖਿਆ ਕਿ ਉਹਨਾਂ ਨੇ ਮਹਾਰਾਸ਼ਟਰ 'ਚ ਭਾਜਪਾ ਨੂੰ ਮਜ਼ਬੂਤ ਕਰਨ ਲਈ ਕਾਫੀ ਯਤਨ ਕੀਤੇ ਸਨ। ਅਟਲਾਂਟਾ 'ਚ 3 ਮਸਾਜ ਪਾਰਲਰਾਂ 'ਚ ਹੋਈ ਅੰਨ੍ਹੇਵਾਹ ਗੋਲੀਬਾਰੀ, 4 ਔਰਤਾਂ ਸਣੇ 8 ਦੀ ਮੌਤ। ਵਾਸ਼ਿੰਗਟਨ ਦੇ ਅਟਲਾਂਟਾ ਤੋਂ ਇੱਕ ਵੱਡੀ ਖਬਰ ਆ ਰਹੀ ਹੈ ਜਿੱਥੇ 3 ਅਲੱਗ-ਅਲੱਗ ਮਸਾਜ ਪਾਰਲਰਾਂ 'ਚ ਅੰਨ੍ਹੇਵਾਹ ਫਾਇਰਿੰਗ ਕੀਤੀ ਗਈ। ਇਸ ਦੌਰਾਨ 8 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲੇ ਲੋਕਾਂ 'ਚ 4 ਏਸ਼ੀਆਈ ਮੂਲ ਦੀਆਂ ਔਰਤਾਂ ਹਨ। ਜਾਰਜੀਆ ਸੂਬੇ ਦੇ ਸ਼ਹਿਰ ਅਟਲਾਂਟਾ 'ਚ ਜਿਹੜੇ ਮਸਾਜ ਪਾਰਲਰਾਂ ਨੂੰ ਨਿਸ਼ਾਨਾ ਬਣਾਇਆ ਗਿਆ, ਉਹਨਾਂ ਵਿੱਚੋਂ 2 ਇੱਕ ਦੂਸਰੇ ਦੇ ਸਾਹਮਣੇ ਦੱਸੇ ਜਾ ਰਹੇ ਹਨ। ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ। ਸਥਾਨਕ ਪੁਲਿਸ ਤੇ ਅਮਰੀਕੀ ਮੀਡੀਆ ਨੇ ਇਸ ਦੀ ਪੁਸ਼ਟੀ ਕੀਤੀ। ਖਬਰਾਂ ਅਨੁਸਾਰ ਮੁਲਜ਼ਮ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਫਿਲਮਾਂ ਦੀ ਸ਼ੂਟਿੰਗ ਲਈ ਲਾਹੌਰ ਸਪੀਤੀ ਨੂੰ ਬਣਾਇਆ ਜਾਵੇਗਾ ਨਵਾਂ ਸਵਿਟਜ਼ਰਲੈਂਡ। ਕੈਬਨਿਟ ਮੰਤਰੀ ਰਾਮ ਲਾਲ ਮਾਰਕੰਡਾ ਦਾ ਕਹਿਣਾ ਹੈ ਕਿ ਲਾਹੌਰ ਦੀਆਂ ਬਰਫ਼ ਨਾਲ ਢੱਕੀਆਂ ਖੂਬਸੂਰਤ ਵਾਦੀਆਂ ਜਲਦ ਹੀ ਫਿਲਮ ਸਾਜ਼ਾਂ ਦੀ ਪਹਿਲੀ ਪਸੰਦ ਬਣਨਗੀਆਂ ਜੋ ਸ਼ੂਟਿੰਗ ਲਈ ਅਕਸਰ ਸਵਿਟਜ਼ਰਲੈਂਡ ਤੇ ਯੂਰਪ ਜਾਂਦੇ ਹਨ। ਸਰਕਾਰ ਬਾਲੀਵੁੱਡ ਨੂੰ ਆਕਰਸ਼ਿਤ ਕਰਨ ਲਈ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ ਰਹੀ ਹੈ ਤਾਂ ਜੋ ਲਾਹੌਰ ਵਿਖੇ ਸ਼ੂਟਿੰਗ ਕੀਤੀ ਜਾ ਸਕੇ। ਰਾਮ ਲਾਲ ਮਾਰਕੰਡਾ ਦਾ ਕਹਿਣਾ ਹੈ ਕਿ ਉਹ ਲਾਹੌਰ ਸਪੀਤੀ ਦੇ ਪ੍ਰਸ਼ਾਸਨ ਨਾਲ ਮਿਲ ਕੇ ਇੱਕ ਪਲਾਨ ਬਣਾ ਰਹੇ ਹਨ ਤੇ ਮੁੱਖ ਮੰਤਰੀ ਵੀ ਇਸ ਵੈਲੀ ਨੂੰ ਸ਼ੂਟਿੰਗ ਹੱਬ ਬਣਾਉਣ ਦੇ ਵਿੱਚ ਰੁਚੀ ਦਿਖਾ ਰਹੇ ਹਨ। ਮਾਰਕੰਡਾ ਦਾ ਕਹਿਣਾ ਹੈ ਕਿ ਬਾਲੀਵੁੱਡ ਅਕਸਰ ਬਰਫ਼ ਵਾਲੀਆਂ ਥਾਵਾਂ ਤੇ ਖੂਬਸੂਰਤ ਲੋਕੇਸ਼ਨਾਂ ਲਈ ਸਵਿਟਜ਼ਰਲੈਂਡ ਤੇ ਯੂਰਪ ਜਾਂਦਾ ਹੈ, ਜਦਕਿ ਲਾਹੌਰ 'ਚ ਬਿਲਕੁਲ ਉਸੇ ਤਰ੍ਹਾਂ ਦੀ ਲੋਕੇਸ਼ਨ ਮੌਜੂਦ ਹੈ। ਉਹਨਾਂ ਕਿਹਾ ਕਿ ਫਿਲਹਾਲ ਉਹ ਜਿਨ੍ਹਾਂ ਮੁਸ਼ਕਲਾਂ ਦਾ ਸਾਹਮਣਾ ਲਾਹੌਰ 'ਚ ਕਰ ਰਹੇ ਹਨ ਉਹਨਾਂ 'ਚ ਹੋਟਲਾਂ ਦੀ ਘਾਟ, ਕਨੈਕਟੀਵਿਟੀ ਤੇ ਲੋਕਲ ਸਪੋਰਟ ਸ਼ਾਮਲ ਹਨ ਜਿਨ੍ਹਾਂ ਨੂੰ ਸਰਕਾਰ ਹੱਲ ਕਰਨ ਲਈ ਲੱਗੀ ਹੋਈ ਹੈ। ਅੱਗੇ ਉਹਨਾਂ ਕਿਹਾ ਕਿ ਫਿਲਮ ਯੂਨਿਟ ਹੁਣ ਅਟਲ ਟਨਲ ਰਾਹੀਂ ਵੈਲੀ ਤੱਕ ਪਹੁੰਚ ਸਕਦੀ ਹੈ। ਸੜਕੀ ਆਵਾਜਾਈ 'ਚ ਕਾਫੀ ਸੁਧਾਰ ਹੋ ਚੁੱਕਾ ਹੈ ਤੇ ਹੈਲੀਕਾਪਟਰ ਦੀ ਸਹੂਲਤ ਵੀ ਚਾਲੂ ਹੈ। ਕੁਝ ਲਗਜ਼ਰੀ ਹੋਟਲ ਜਲਦੀ ਵੈਲੀ ਵਿੱਚ ਬਣ ਜਾਣਗੇ।
ਮਾਰਕੰਡਾ ਨੇ ਕਿਹਾ ਕਿ ਉਹਨਾਂ ਨੇ ਇਸ ਸੰਬੰਧੀ ਮੁੱਖ ਮੰਤਰੀ ਨਾਲ ਗੱਲਬਾਤ ਕੀਤੀ ਹੈ ਕਿ ਫਿਲਮ ਸਾਜ਼ਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤੇ ਸਵਿਟਜ਼ਰਲੈਂਡ ਤੋਂ ਖੂਬਸੂਰਤ ਲੋਕੇਸ਼ਨਾਂ ਲੱਭੀਆਂ ਜਾਣ। ਅਜਿਹਾ ਪਹਿਲੀ ਵਾਰ ਹੋਇਆ ਕਿ ਅੱਧਾ ਦਰਜਨ ਫਿਲਮ ਕਰੂ ਇਹਨਾਂ ਸਰਦੀਆਂ 'ਚ ਲਾਹੌਰ ਵਿਖੇ ਸ਼ੂਟਿੰਗ ਕਰਕੇ ਗਿਆ ਹੈ। ਇਹਨਾਂ ਥਾਵਾਂ ਤੇ ਪਹਿਲਾਂ ਕਦੇ ਵੀ ਸ਼ੂਟਿੰਗ ਨਹੀਂ ਹੋਈ ਸੀ। ਹੁਣ ਸਰਕਾਰੀ ਕੰਪਨੀਆਂ ਨੂੰ ਵੇਚ ਕੇ 5 ਲੱਖ ਕਰੋੜ ਕਮਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ। ਨਰਿੰਦਰ ਮੋਦੀ ਸਰਕਾਰ 70 ਬਿਮਾਰ ਯੂਨਿਟਾਂ ਸਮੇਤ ਲਗਭਗ 100 ਜਨਤਕ ਅਦਾਰਿਆਂ ਨੂੰ ਵੇਚਣ ਲਈ ਦਿਨ ਰਾਤ ਕੰਮ ਕਰ ਰਹੀ ਹੈ। ਇਸ ਵਿਕਰੀ ਨਾਲ ਸਰਕਾਰ ਨੂੰ 5 ਲੱਖ ਕਰੋੜ ਰੁਪਏ ਮਿਲਣ ਦੀ ਆਸ ਹੈ। ਸਰਕਾਰ ਨੇ ਮਾਲੀ ਸਾਲ 2021-22 ਵਿੱਚ 1 ਕਰੋੜ 75 ਲੱਖ ਕਰੋੜ ਦਾ ਮਾਲੀਆ ਇਕੱਠਾ ਕਰਨ ਦਾ ਟੀਚਾ ਰੱਖਿਆ ਹੈ। 5 ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਬਾਅਦ ਵਿਨਿਵੇਸ਼ ਪ੍ਰੋਗਰਾਮ ਪੂਰੇ ਜ਼ੋਰ ਸ਼ੋਰ ਨਾਲ ਚੱਲੇਗਾ। ਇਹਨਾਂ 100 ਸਰਕਾਰੀ ਕੰਪਨੀਆਂ ਨੂੰ ਵੇਚਣ ਲਈ ਨੀਤੀ ਕਮਿਸ਼ਨ ਨੇ ਹਮਲਾਵਰੀ ਯੋਜਨਾ ਬਣਾ ਲਈ ਹੈ, ਪਰ ਪਤਾ ਲੱਗਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਮਿਸ਼ਨ ਨੂੰ ਆਪਣੀ ਯੋਜਨਾ ਇਸ ਢੰਗ ਨਾਲ ਮੁੜ ਤਿਆਰ ਕਰਨ ਲਈ ਕਿਹਾ ਹੈ ਕਿ ਇਹਨਾਂ ਕੰਪਨੀਆਂ ਨੂੰ ਵੇਚ ਕੇ ਜਲਦ ਤੋਂ ਜਲਦ ਪੈਸਾ ਸਰਕਾਰ ਦੀ ਝੋਲੀ ਵਿੱਚ ਡਿੱਗੇ। ਇਹ ਵੀ ਪਤਾ ਲੱਗਾ ਕਿ ਮੋਦੀ ਵਿਨਿਵੇਸ਼ ਪ੍ਰੋਗਰਾਮ ਨੂੰ ਫਾਸਟ ਟਰੈਕ ਕਰਨ ਲਈ ਬਾਹਰ ਦੇ ਮਾਹਰਾਂ ਦਾ ਪੈਨਲ ਬਣਾਉਣ ਤੇ ਵਿਚਾਰ ਕਰ ਰਹੇ ਹਨ ਤੇ ਕੰਮ ਕਰਕੇ ਦਿਖਾਉਣ। ਮੋਦੀ ਬਾਬੂਆਂ ਤੋਂ ਇੰਨਾ ਨਾਰਾਜ਼ ਹਨ ਕਿ ਉਹ ਜਨਤਕ ਤੌਰ ਤੇ ਉਹਨਾਂ ਦੀ ਖਿਚਾਈ ਵੀ ਕਰ ਚੁੱਕੇ ਹਨ। ਨਿੱਜੀਕਰਨ ਲਈ ਨੀਤੀ ਕਮਿਸ਼ਨ ਵੱਲੋਂ ਜਿਨ੍ਹਾਂ ਕੰਪਨੀਆਂ ਦੀ ਸੂਚੀ ਤਿਆਰ ਕੀਤੀ ਗਈ ਹੈ ਉਹਨਾਂ ਦੀ ਵਿਕਰੀ ਮਈ ਤੋਂ ਸ਼ੁਰੂ ਹੋ ਜਾਵੇਗੀ। ਸਰਕਾਰ 2020-21 ਵਿੱਚ ਕੰਪਨੀਆਂ ਦੀ ਵਿਕਰੀ ਤੋਂ 2,10,000 ਕਰੋੜ ਕਮਾਉਣਾ ਚਾਹੁੰਦੀ ਸੀ, ਪਰ 28 ਫਰਵਰੀ 2021 ਤੱਕ ਉਸ ਨੂੰ ਸਿਰਫ 31,635 ਕਰੋੜ ਹੀ ਮਿਲ ਸਕੇ ਹਨ। ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਅਹਿਮ ਖਬਰ। ਇਸ ਤਰੀਕ ਤੋਂ ਖੁੱਲ੍ਹਣਗੇ ਕਿਵਾੜ। ਉੱਤਰਾਖੰਡ ਦੇ ਉੱਚ ਗੜਵਾਲ ਹਿਮਾਲਿਆ 'ਚ ਸਥਿਤ ਪ੍ਰਸਿੱਧ ਹੇਮਕੁੰਟ ਸਾਹਿਬ ਗੁਰਦੁਆਰਾ ਦੇ ਕਿਵਾੜ ਇਸ ਸਾਲ 10 ਮਈ ਨੂੰ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਜਾਣਗੇ। ਮੁੱਖ ਮੰਤਰੀ ਤੀਰਥ ਸਿੰਘ ਰਾਵਤ ਨਾਲ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨਾਲ ਮੁਲਾਕਾਤ ਕੀਤੀ। ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਇਸ ਸਾਲ ਹੇਮਕੁੰਟ ਸਾਹਿਬ ਦੇ ਕਿਵਾੜ 1 ਜੂਨ ਦੀ ਬਜਾਏ 10 ਮਈ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਬੀਤੇ ਸਾਲ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਕੋਵਿਡ-19 ਕਾਰਨ ਬੰਦ ਰਹੀ ਸੀ। ਇਸ ਸਾਲ 10 ਮਈ ਨੂੰ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਦਾ ਫੈਸਲਾ ਟਰੱਸਟ ਵੱਲੋਂ ਕੀਤਾ ਗਿਆ ਹੈ। ਇਸ ਫੈਸਲੇ ਮਗਰੋਂ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਦੋਸਤੋ, ਸਾਡੇ ਵੱਲੋਂ ਦਿੱਤੀ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਜੀ। ਦੋਸਤੋ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਸੂਬੇ ਪੰਜਾਬ ਦੀ ਹਰ ਇੱਕ ਖਬਰ ਦੀ ਤੁਹਾਨੂੰ ਜਾਣਕਾਰੀ ਮਿਲ ਸਕੇ। ਸਾਡੇ ਨਾਲ ਬਣੇ ਰਹਿਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ।